ਕੱਪੜੇ ਫਟੇ ਹੋਏ ਇਸ ਲਈ ਉਹ ਮੇਰੇ ਗਲ ਪਏ ਸੀ, ਮਰਦ ਵੀ ਔਰਤਾਂ ਵੀ ਮੇਰੇ ਗਲ ਪੈ ਕੇ ਉਹਨਾਂ ਬੜੀ ਭੈੜੀਆਂ ਮਰਦਾਂ ਨੇ ਹਰਕਤਾਂ ਕੀਤੀਆਂ ਨੇ। ਉਹ ਥਾਵਾਂ ਤੋਂ ਛੂਏ ਜਿੱਥੋਂ ਨਹੀਂ ਛੂ ਸਕਦੇ। ਮੇਰੇ ਕੱਪੜੇ ਪਾੜੇ ਨੇ, ਆ ਵੇਖ ਲਓ ਗਲ ਮੇਰੇ ਪਏ ਨੇ, ਇੱਧਰ ਵੇਖ ਲਓ ਆ ਗਲ ਮੇਰੇ ਪਏ ਨੇ, ਪੈ ਕੇ ਉਹਨਾਂ ਨੇ ਮੇਰੇ ਹੱਥੋਂ ਮੋਬਾਈਲ ਵੀ ਉਹਨਾਂ ਖੋਇਆ, ਮੇਰੇ ਕੋਲ ਪੈਸੇ ਵੀ ਖੋ ਕੇ ਲੈ ਗਏ ਨੇ। ਸਮਾਨ ਵੀ ਆਖੇਗਾ, ਫਿਰ ਕੱਲ ਨੂੰ ਮੇਰੀ ਬੀਵੀ ਤੇ ਵੀ ਆਖੇਗਾ ਕਿ ਇਹ ਵੀ ਮੇਰੀ ਹੈ। ਸਰ ਮੈਂ ਇਸ ਤੇ ਨਾ ਮੁਤਮਿਨ ਹੋਇਆ, ਕੀ ਕੁਛ ਕਰਦਾ ਰਿਹਾ। ਬਾਅਦ ਦੇ ਵਿੱਚ ਇੱਕ ਦਿਨ ਗਏ ਆ 22 ਤਰੀਕ ਵਾਲੇ ਦਿਨ ਮੇਰੀ ਬੇਗਮ ਨੂੰ ਯਹੂਦਾ ਅਲਫਾਜ਼ ਬੋਲਣ ਲੱਗ ਪਿਆ, ਪਿਸਤੌਲ ਕੱਢ ਲਿਆ ਸੋ, ਮੋਟਰਸਾਈਕਲ ਉੱਥੇ ਖੋਲੀ ਪਈ, ਸਾਡੀ ਡੈਕ ਸਾਡਾ ਖੋਲਿਆ ਪਿਆ। सब्सक्राइब करें हमारे चैनल MN पॉइंट को और बेल आइकॉन को प्रेस करें ताकि आप हमारी नई वीडियो से बाखबर रह सकें। अस्सलाम वालेकुम नाज़रीन, आपका मेज़बान मुजाहिद नयाब आपकी खिदमत में हाजिर है। नाज़रीन इस वक्त मौजूद हूँ ज़िला ननकाना साहब और आज आपके साथ एक ऐसी दिल दहला देने वाली स्टोरी डिस्कस करने जा रहा हूँ जिसे सुनने के बाद आप के रोंगटे खड़े हो जाएंगे। बात कुछ इस तरह है कि मेरे साथ एक रिक्शा चलाने वाला मज़दूर अली नवाज़ खड़ा है और साथ इनकी बेगम है। इनका एक रिश्तेदार है जिसका बड़ा ही बाअसर अफराद के साथ ताल्लुक़ है, बड़े बाअसर अफराद के साथ वो बंदा कनेक्टेड है। इनका कहना है जी वो बंदा डकैत भी है, डाकू भी है और उसके बड़े ताल्लुक़ हैं और ये बात हर बंदा जानता है कि जो बंदा डाकू डकैत होता है उसके ताल्लुक़ तो वाकई होते हैं। मामला कुछ यूँ है कि कुछ अर्सा कबल वो बंदा इनके घर से, इनका साउंड सिस्टम, इनका साउंड का भी काम है, साथ ये रिक्शा चलाकर अपने घर का गुजर बसर करते हैं। वो साउंड लेके जाता है, बाद में वो जो साउंड है उसको तोड़ता है, ख़राब करता है, ख़राब करके उस साउंड को अपने पास रख लेता है और इनको आज तक वो साउंड वापस नहीं मिलता। मामला वजह सूरत हाल वो कुछ इस तरह है कि अब ये मजबूर हो चुके हैं, इनके साथ जुल्म इस तरह का हुआ है कि ये मियाँ बीवी रेल गाड़ी की जो पटड़ी है इसके ऊपर आके बैठ गए हैं। इन्होंने थाने में एप्लीकेशन दी। ये कहते हैं कि अगर मुझे इंसाफ ना मिला तो यकीन करें हम अपनी जान दे देंगे और इंसाफ के लिए यहाँ पर पड़े हैं, जब तक इंसाफ नहीं मिलता यहाँ से नहीं जाते। इनसे बात करके जानते हैं कि मामला क्या है, हुआ क्या है, वजह क्या है, सीन क्या है। अस्सलाम वालेकुम जी वालेकुम सलाम। अली नवाज उम्र कितनी है आपकी? तकरीबन जी 35 40 साल है जी। 40 साल उम्र है। बच्चे कितने ने? बच्चे मेरे 5 ने जी माशाअल्लाह। बच्चे ने तो की मामला है, रिश्तेदार है वो बंदा ਤੁਹਾਡਾ ਤੇ ਉਸ ਤੋਂ ਬਾਵਜੂਦ ਸਾਊਂਡ ਲੈ ਗਿਆ ਫਿਰ ਵਾਪਸ ਨਹੀਂ ਕੀਤਾ। ਸਰ ਮੈਨੂੰ ਸਾਰੀ ਬਲਾਦਰੀ ਰੋਕਦੀ ਸੀ ਕਿ ਇਸ ਬੰਦੇ ਦਾ ਤੂੰ ਰਿਸ਼ਤੇਦਾਰ ਸਲਾਮ ਦੁਆ ਨਹੀਂ ਲੈਣਾ, ਮਗਰ ਮੈਂ ਮੇਰੀ ਮਾਂ ਫੌਤ ਹੋਈ ਹੈ ਤੇ ਮੈਨੂੰ ਰੋਣ ਪਿੱਟਣ ਲੱਗ ਪਿਆ ਤੇ ਇਸ ਤਰ੍ਹਾਂ ਕਹਿੰਦਾ ਤੇ ਮੈਨੂੰ ਕਹਿੰਦਾ ਮੈਂ ਮਿਲਾਦ ਕਰਾਉਣਾ। ਮੈਂ ਮਿਲਾਦ ਦੇ ਸਦਕੇ ਮੈਂ ਮਿਲਾਦ ਦਾ ਬੜਾ ਆਸ਼ਿਕ ਹਾਂ ਜੀ, ਮਿਲਾਦ ਕਰਾਉਣਾ। ਤੇ ਮੇਰੇ ਕੋਲ ਮੋਟਰਸਾਈਕਲ ਵੀ ਤੇ ਸਾਊਂਡ ਵੀ ਮੰਗ ਕੇ ਲੈ ਗਿਆ। ਇਹ 11ਵੇਂ ਮਹੀਨੇ ਦੀ 3 ਤਰੀਕ ਨੂੰ ਜੀ ਲਿਜਾ ਕੇ ਮੈਂ ਜੀ ਇੱਕ ਦਿਨ ਵੀ ਗਿਆ, 2 ਦਿਨ ਵੀ ਗਿਆ, ਮੈਂ ਬਾਰ ਜਾਂਦਾ ਰਿਹਾ। ਅਖੀਰ 20-22 ਤਰੀਕ ਤੱਕ ਮੈਨੂੰ ਜ਼ੁਲਮ ਕਰਦਾ ਰਿਹਾ, ਗਾਲਾਂ ਕੱਢਦਾ ਰਿਹਾ ਫੋਨਾਂ ਤੇ, ਕੀ ਕੁਛ ਕਰਦਾ ਰਿਹਾ। ਬਾਅਦ ਦੇ ਵਿੱਚ ਇੱਕ ਦਿਨ ਗਏ ਆ 22 ਤਰੀਕ ਵਾਲੇ ਦਿਨ ਮੇਰੀ ਬੇਗਮ ਨੂੰ ਯਹੂਦਾ ਅਲਫਾਜ਼ ਬੋਲਣ ਲੱਗ ਪਿਆ, ਪਿਸਤੌਲ ਕੱਢ ਲਿਆ ਸੋ, ਮੋਟਰਸਾਈਕਲ ਉੱਥੇ ਖੋਲੀ ਪਈ, ਸਾਡੀ ਡੈਕ ਸਾਡਾ ਖੋਲਿਆ ਪਿਆ। ਸਾਨੂੰ ਅਸੀਂ ਬਜਾ ਦਿੱਤਾ ਸੋ ਪਿਸਤੌਲ ਦੇ ਦੱਸ ਕੇ। ਅਸੀਂ ਘਰ ਆ ਗਏ ਹਾਂ। ਅਸੀਂ ਆ ਕੇ ਰਾਓ ਉਸਮਾਨ ਨੂੰ ਦੱਸਿਆ ਜੀ। ਰਾਓ ਉਸਮਾਨ ਉੱਥੇ ਬੜਾ ਚੌਧਰੀ ਬੰਦਾ, ਉਹਨੂੰ ਦੱਸਿਆ, ਉਹਨੇ ਫੋਨ ਕੀਤਾ, ਉਹਨੂੰ ਕਹਿੰਦਾ ਨਹੀਂ ਜੀ ਨਹੀਂ ਇੰਜ ਗੱਲ ਨਹੀਂ ਇੰਜ। ਫਿਰ ਉਹਨੂੰ ਦੱਸਿਆ ਤੇ ਉਹਨੇ ਆਖਿਆ ਫੋਨ ਕੀਤਾ, ਦੂਸਰੇ ਦਿਨ ਮੋਟਰਸਾਈਕਲ ਉੱਥੇ ਲੈ ਕੇ ਆ ਗਿਆ। ਰਾਓ ਉਸਮਾਨ ਕਹਿੰਦਾ ਕਿ ਤੂੰ ਮੈਨੂੰ ਦੂਸਰਾ ਇਹਨੂੰ ਕਾਪੀ ਵੀ ਦੇ ਸਾਊਂਡ ਵੀ ਛੱਡ, ਇਹ ਪੁੱਤਰਾਂ ਦੇ ਸਿਰ ਤੇ ਕੁਰਾਨ ਰੱਖਦਾ। ਮੈਂ ਸਰ ਰੋਣ ਨਿੱਕਾ ਹੋ ਗਿਆ। ਮੈਂ ਕਿਹਾ ਜੀ ਇਹ ਤਾਂ ਫਿਰ ਆਖੇਗਾ ਤੇਰਾ ਰਿਸ਼ਕਾ ਵੀ ਮੇਰਾ, ਉਹ ਵੀ ਮੇਰਾ ਕੁਰਾਨ ਤੇ ਰੱਖ, ਮੈਂ ਦੇ ਦੇਣਾ। ਫਿਰ ਮੇਰਾ ਘਰ ਦਾ ਸਮਾਨ ਵੀ ਆਖੇਗਾ, ਫਿਰ ਕੱਲ ਨੂੰ ਮੇਰੀ ਬੀਵੀ ਤੇ ਵੀ ਆਖੇਗਾ ਕਿ ਇਹ ਵੀ ਮੇਰੀ ਹੈ। ਸਰ ਮੈਂ ਇਸ ਤੇ ਨਾ ਮੁਤਮਿਨ ਹੋਇਆ। ਮੈਨੂੰ ਤੇ ਰਾਹ ਨੇ ਆਖਿਆ ਕਿ ਤੂੰ ਥਾਣੇ ਦਰਖਾਸਤ ਦੇ। ਮੈਂ ਸਰ ਥਾਣੇ ਦਰਖਾਸਤ ਦਿੱਤੀ। ਥਾਣੇ ਜਦੋਂ ਦਰਖਾਸਤ ਦਿੱਤੀ ਤੇ ਫਿਰ ਬਾਰ ਮੈਨੂੰ ਮਾਰੀ ਕੁੱਟੀ ਜਾਂਦੇ ਨੇ, ਬਾਰ ਮਾਰੀ ਕੁੱਟੀ ਜਾਂਦੇ ਨੇ ਕਿ ਦਰਖਾਸਤ ਬੰਦੇ ਲੈ ਆਉਂਦਾ। ਇੱਕ शाहजहां ਦੀ कोठी ਦੇ ਵਿੱਚ ਸਾਨੂੰ आ के ਤੇ मारन कुटन लग पे। एक वीडियो जो है नाज़रीन आप इस वक्त हमारी स्क्रीन पर देख रहे हैं, वो वीडियो जब इन्होंने एप्लीकेशन दी उस बंदे के ऊपर दरख्वास्त दी, वो बंदा इनको इनके घर से उठाने आ गया कि चल मैं तेन चुक के लै जाना तो मैं तेरे को एप्लीकेशन खारिज करवानी है, घरों चुकन आ गया। जी हाँ जी। बदमाश गुंडा है की बहुत वड्डा गुंडा है जी। उनके कोल पिस्तौल नजायज़ भी ने, जायज़ भी ने। वो एक उत्थे भट्टी ने उन्होंने दे सिर ते करदा। फिर बीबी जरीना नूं फोन किया इन्हें, बीबी जरीना ने आख्या कि इन्हूं चुक के लियाओ मादर चौध नूं। इंज होए बंदे 2 लाहौरों गए ने। एक बिल्लू बदमाश नाम सुनिया जाए, उनकी जनानी का साला है जी, उन्होंने भी बुलाया ने। 2 मुंडे होर आए ने लाहौरों ते 7 बंदे गए ने जी कोट हुसैन तो मोटरसाइकिलों ते होंडियां ते मैनूं चुकन लगे ने। उत्ते मुंडे वीडियो बना रहे सन, उन्होंने आख्या तुहाडी वीडियो बन गई गवाह हुंदे दी, ठीक है हुण तुसीं लै जाओ। फिर छड्ड के नस गए ने जी। मैं फिर रो
ਤੋੜ ਦੀ ਉਸ ਤੋਂ ਕੋਸ਼ਿਸ਼। ਬਾਅਦ ਤੁਸੀਂ ਕੋਈ ਪਰਚਾ ਕਰਵਾਇਆ ਕਿ ਮੈਨੂੰ ਅਗਵਾ ਕਰਨ ਆਏ ਨੇ ਜਾਂ ਮੈਨੂੰ ਫੜਨ ਆਏ ਨੇ? ਸਰ ਥਾਣੇ ਵਾਲੇ ਸਾਡੀ ਸੁਣ ਹੀ ਨਹੀਂ ਰਹੇ। ਥਾਣੇ ਵਾਲਾ ਉਲਟਾ ਕਹਿੰਦਾ ਕਿ ਮੈਨੂੰ ਦੂਸਰਾ ਲਿਆ ਦੇ, ਮੈਨੂੰ ਮੋਟਰਸਾਈਕਲ ਦੀ ਕਾਪੀ ਵੀ ਲਿਆ ਦੇ, ਮੋਟਰਸਾਈਕਲ ਵੀ ਲਿਆ ਦੇ, ਸਾਊਂਡ ਵੀ ਛੱਡ ਦੇ, ਸਾਰਾ ਕੁਝ ਛੱਡ ਦੇ। ਯਾਨੀ ਕਿ ਉਹਦੀ ਹੀ ਹੈਲਪ ਕਰ ਰਹੇ ਨੇ ਉਹ ਰਾਵਾਂ ਦੇ ਸਿਰ ਤੇ, ਜਾਂ ਫਿਰ ਉੱਥੇ ਜਿਹੜੇ ਚੌਧਰੀਆਂ ਦੇ ਨਾਲ ਹੋਇਆ ਉਹਨਾਂ ਦੇ ਨਾਲ ਜੀ। ਉਹਨਾਂ ਦੇ ਬੱਚੇ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਨੇ ਤੇ ਸਾਨੂੰ ਮਾਰ ਮਾਰ ਕੇ ਸਾਨੂੰ 3 ਵਾਰੀ ਮਾਰਨ। 3 ਵਾਰੀ 15 ਦੀਆਂ ਕਾਲਾਂ ਨੇ ਸਰ, ਤੇ 15 ਦੀਆਂ ਕਾਲਾਂ ਵਾਲਿਆਂ ਵੀ ਕੁਝ ਨਹੀਂ ਕੀਤਾ। ਅਸੀਂ ਹੁਣ ਮਰਨ ਤੇ ਮਜਬੂਰ ਹਾਂ ਸਰ। ਸਾਨੂੰ ਇਨਸਾਫ ਨਾ ਮਿਲਿਆ ਸਾਡੇ ਬੱਚੇ ਵੀ ਮਰ ਜਾਣਗੇ, ਅਸੀਂ ਵੀ ਮਰ ਜਾਵਾਂਗੇ। ਅਸੀਂ ਰੇਲ ਪਟੜੀ ਤੋਂ ਉੱਠਣਾ ਹੀ ਨਹੀਂ। ਅੱਲਾਹ ਤਾਲਾ ਖੈਰ ਕਰੇ। ਸਰ, ਭਾਜੀ ਅਸੀਂ ਤੁਸੀਂ ਬਹੁਤ ਇੱਧਰ ਆਓ। ਪਰੇਸ਼ਾਨ ਹਾਂ, ਬਹੁਤ ਪਰੇਸ਼ਾਨ ਹਾਂ। ਅਸੀਂ ਹੁਣ ਅਦਾਲਤ ਤੇ ਜਾਈਏ, ਕਿੱਧਰ ਜਾਈਏ, ਅਸੀਂ ਕਿਹੜੇ ਬੂਹਾ ਖੜਕਾਈਏ? ਸਾਨੂੰ ਤਾਂ ਕੋਈ ਰਾਹ ਨਹੀਂ ਦੱਸਦਾ ਪਿਆ। ਸਾਡੀ ਅੱਖਾਂ ਬੰਦ ਹੋ ਗਈਆਂ ਨੇ, ਸਾਨੂੰ ਮਾਰ ਮਾਰ ਕੇ ਨਾ तशद्दुद किया इन्हें। जुल्म की इंतहा है। मेरी बहन आप इधर आएँ और आप बताएं कि आप अपने हाथ में ये कपड़े उठाए हुए हैं, ये कपड़े किस चीज़ के हैं और ये फटे हुए क्यों हैं? ਇਹ ਕੱਪੜੇ ਫਟੇ ਹੋਏ ਇਸ ਲਈ ਉਹ ਮੇਰੇ ਗਲ ਪਏ ਸੀ। ਮਰਦ ਵੀ ਔਰਤਾਂ ਵੀ ਮੇਰੇ ਗਲ ਪੈ ਕੇ ਉਹਨਾਂ ਬੜੀ ਭੈੜੀਆਂ ਭੈੜੀਆਂ ਮਰਦਾਂ ਨੇ ਹਰਕਤਾਂ ਕੀਤੀਆਂ ਨੇ। ਉਹ ਥਾਵਾਂ ਤੋਂ ਛੂਏ ਜਿੱਥੋਂ ਨਹੀਂ ਛੂਚ ਹੈ ਤੇ ਉਹਨਾਂ ਨੇ ਮੇਰੇ ਕੱਪੜੇ ਪਾੜੇ ਨੇ। ਆ ਵੇਖ ਲਓ ਗਲ ਮੇਰੇ ਪਏ ਨੇ, ਇੱਧਰ ਵੇਖ ਲਓ ਆ ਗਲ ਮੇਰੇ ਪਏ ਨੇ। ਪੈ ਕੇ ਉਹਨਾਂ ਨੇ ਮੇਰੇ ਹੱਥੋਂ ਮੋਬਾਈਲ ਵੀ ਉਹਨਾਂ ਖੋਇਆ, ਮੇਰੇ ਕੋਲ ਪੈਸੇ ਵੀ ਖੋ ਕੇ ਲੈ ਗਏ ਨੇ। वजह की सी? कौन कौन सन, किन्ने बंदे सन, किवें गल पै ने, मामला की सी? ਮਾਮਲਾ ਇਹ ਸੀ ਇਹ ਵੀ ਮੋਟਰਸਾਈਕਲ ਦਾ ਸੀ ਸਾਡਾ ਲੈਣ ਦੇਣ ਦਾ। ਬਸ ਆ ਜਿਹੜੇ ਮੋਟਰਸਾਈਕਲ ਦੇ ਲੈ ਗਏ ਸੀ ਦਾ ਸਾਊਂਡ ਸੀ, ਡੈਕ ਡੱਬਾ ਸਾਡੇ ਕੋਲ ਲੈ ਗਏ। ਅਸੀਂ ਲੈਣ ਘਰੋਂ ਗਏ ਤਾਂ ਉੱਥੇ ਮੈਨੂੰ ਹੀ ਉਹਨਾਂ ਬੇਇੱਜ਼ਤੀ ਕੀਤੀ, ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਕਹਿੰਦਾ ਜੋ ਕਰਨਾ ਜਾ ਕੇ ਕਰ ਲਓ। चुकन की कोशिश क्यों की ने, अगवा करने की कोशिश क्यों की ने, की वजह सी? ਦਰਖਾਸਤ ਖਾਰਜ ਕਰਾਓ ਤੁਸੀਂ। ਜਿਹੜੀ ਦਰਖਾਸਤ ਦਿੱਤੀ ਹੋਈ ਹੈ ਇਹ ਦਰਖਾਸਤ ਖਾਰਜ ਕਿਉਂ ਨਹੀਂ ਕਰਾਉਂਦੇ? ਅਸੀਂ ਕਿਉਂ ਖਾਰਜ ਕਰਾਈਏ? ਸਾਡਾ ਡੱਬਾ ਵੀ ਦੇ ਦਿਓ, ਮੋਟਰਸਾਈਕਲ ਵੀ ਦੇ ਦਿਓ, ਡੈਕ ਡੱਬਾ ਵੀ ਦੇ ਦਿਓ। ਕਹਿੰਦੇ ਅਸੀਂ नहीं देना, जो मर्जी कर लो। नाज़रीन इस वक्त आप मेरे हाथ में ये फटी हुई कमीज़ देख सकते हैं। ये कमीज़ एक पाकिस्तान की बेटी की है। ये एक बात अलग है कि ये कमज़ोर हैं, ये गरीब हैं या इनका कोई सहारा नहीं। ये बात बहुत गलत है कि जिसका सहारा नहीं होता, जो गरीब नहीं होता, उसको अमीर लोग घर से आके उठा लें, जलील करें या उनकी इज्जतों को पमाल करें। बात इस तरह है कि इस बहन को उस बंदे ने अपने बंदों के हमरा कहते हैं जी, वो बंदा गुंडा है और बासर अफराद के साथ वो उसका कॉन्टैक्ट्स हैं। उसने इनको उठा कर इनके घर से थोड़ा सा दूर ले गए, वहाँ पर जाकर इनके साथ बदतमीज़ी करते रहे। वजह क्या थी? वजह ये थी कि इनको कहते थे कि एप्लीकेशन खारिज करें। मेरी बहन मुझे बताएं कि अगर इंसाफ नहीं मिलता तो आप क्या करती? हम खुद खुशी यहाँ पर कर लेंगे। अल्लाह ना करे छोटे छोटे आपके बच्चे हैं, इतने बड़े बड़े अल्फाज आप क्यों बोल रहे हैं? ਉਹਦਾ ਜੀ ਜ਼ਿੰਮੇਦਾਰ ਹੋਣਗੇ ਉਹ ਸ਼ਾਹਜਹਾਨ ਬੱਟੀ, ਬੀਬੀ ਜ਼ਰੀਨਾ ਬੱਟੀ, ਰਾਓ ਉਸਮਾਨ ਬੱਟੀ ਤੇ ਨਈਮ ਚੌਧਰੀ ਜਿਹੜਾ ਹੈ ਪ੍ਰੈਸ ਕਲੱਬ ਦਾ ਮਾਲਕ। ਇਹਦੇ ਸਾਡੇ ਮੌਤ ਦੇ ਜ਼ਿੰਮੇਦਾਰ ਉਹ ਹੋਣਗੇ। ननकाना प्रेस क्लब है। ਨਨਕਾਣਾ ਪ੍ਰੈਸ ਕਲੱਬ ਦਾ ਮਾਲਕ ਹੈ ਜੀ। नाज़रीन सिचुएशन आपके सामने है। एक बेगम है, साथ इनके शौहर हैं और इनके 5 छोटे छोटे बच्चे हैं और इनके पास वो सारे दस्तावेज़ात मौजूद हैं, सारी एप्लीकेशनें आप ये मेरे हाथ में देख सकते हैं कि इन्होंने वो दरख्वास्तें दी, उन पर एप्लीकेशनें दी और मामला सारा इन कागजात को खारिज करने का है। मुझे ये बात यहाँ पर सवालिया निशान है कि हमारे अदारों में बैठे हुए वो अफसरान पकड़ लें, हमारे अदारों में बैठे हुए वो अफसरान खामोश क्यों हो जाते हैं? ऐसे लोगों को खुली छुट्टी क्यों मिली हुई कि वो जब चाहे जहाँ चाहे जिसके घर जाकर अपनी जुल्म की इंतहा कर दें, अपना जुल्म कर लें, उनकी बेटियों को, उनकी बीवियों को, उनकी माओं को उठा लें और उनके साथ हर किस्म का वो जो गलत काम है वो कर लें और बाद में से पुलिस पूछे ना। ये एक अलग बात है कि उसके किसी बड़े, किसी वडेरे, किसी चौधरी के साथ ताल्लुक़ है। मेरे मुल्क में जब तक वडेरों का कल्चर चलता रहेगा, मेरे मुल्क में जब तक बड़ों को, चौधरियों को फ़रोग़ हम देते रहेंगे, इसी तरह गरीब को इंसाफ नहीं मिलेगा, पैसे वालों को, ज़मीन वाले को, ज़मींदार को इंसाफ मिलेगा। ये वीडियो आपके सामने रखने का मैसेज ये है कि इस कल्चर को हमने अपने मुल्क, अपने सूबे पंजाब में से ख़त्म करना है। वडेरों का जो कल्चर है वो ख़त्म करना है। हमारा जो कानून है, हमें जो कानून ने सिखाया हमने वो करना है। अगर आज इनको इंसाफ नहीं मिलता, अगर इनकी जान को ख़तरा होता है, अगर ये अपनी जान को कोई नुकसान करते हैं तो उसके ज़िम्मेदार वो लोग हैं जिन्होंने इनके साथ जुल्म किया है। क्या चीज़ क्या सही है, क्या गलत है, फ़ैसला आपने करना है। मुझे दीजिए इजाज़त, मिलेंगे एक नई वीडियो के साथ। अल्लाह निगहबान।